Good morning, students. This is your math class. So let us start the class. Subject is अपना math, class 10th, and our today's topic is BPT. It means basic proportionality theorem, ਜਿਹਨੂੰ ਥੇਲਜ਼ ਥਿਊਰਮ ਵੀ ਕਿਹਾ ਜਾਂਦਾ ਹੈ। ਇਹਨੂੰ ਬੇਸਿਕ BPT ਵੀ ਬੋਲਦੇ ਨੇ, ਬੇਸਿਕ ਪ੍ਰੋਪੋਰਸ਼ਨੈਲਿਟੀ ਥਿਊਰਮ, ਔਰ ਇਹਨੂੰ ਥੇਲਜ਼ ਥਿਊਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਥੇਲਜ਼ ਦੇ ਆਪਾਂ ਕੀ ਹੈ ਇਹਦੀ ਆਪਾਂ ਡਿਵੈਲਪ ਕੀਤੀ ਸੀ, ਤਾਂ ਕਰਕੇ ਇਹਨੂੰ ਥੇਲਜ਼ ਥਿਊਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ। ਤਾਂ ਇਹਨੂੰ ਆਪਾਂ ਥੇਲਜ਼ ਥਿਊਰਮ ਦੇ ਅਕੋਰਡਿੰਗ ਵੀ ਦੇਖ ਸਕਦੇ ਹਾਂ। ਸੋ ਇਹਨੂੰ ਜੀ ਇਹਦੀ ਥਿਊਰਮ ਆਪਾਂ ਨੂੰ ਸਟੇਟਮੈਂਟ ਵੀ ਲਰਨ ਕਰਨੀ ਪੈਣੀ ਹੈ, ਕਿਉਂਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਆਉਂਦਾ ਕਿ ਵੀ ਸਟੇਟ ਐਂਡ ਅਪਰੂਵ BPT ਥਿਊਰਮ, ਔਰ ਇਹ ਵੀ ਕਹਿ ਸਕਦੇ ਨੇ ਸਟੇਟ ਐਂਡ ਅਪਰੂਵ ਥੇਲਜ਼ ਥਿਊਰਮ। ਸੋ ਥੇਲਜ਼ ਥਿਊਰਮ ਦੇ ਨਾਮ ਨਾਲ ਵੀ ਇਹ ਜਾਣੀ ਜਾਂਦੀ ਹੈ। ਸਟੇਟਮੈਂਟ ਕੀ ਹੈ ਜੀ, ਇਫ ਅ ਲਾਈਨ ਇਜ਼ ਡਰਾਨ ਪੈਰਲਲ ਟੂ ਵਨ ਸਾਈਡ ਆਫ ਦਾ ਟ੍ਰਾਇੰਗਲ। ਇੱਕ ਟ੍ਰਾਇੰਗਲ ਆਪਣੇ ਕੋਲ, ਟ੍ਰਾਇੰਗਲ ਦੇ ਕੀ ਨਾਮ ਦੇ ਲਈ ਆਪਾਂ ABCD A B ਅਤੇ C। ABC ਕੀ ਆਪਣੇ ਕੋਲ ਇੱਕ ਟ੍ਰਾਇੰਗਲ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ, ਇਫ ਵਨ ਲਾਈਨ ਇਜ਼ ਡਰਨ ਪੈਰਲਲ ਟੂ ਦਾ ਸਾਈਡ ਆਫ ਦਾ ਟ੍ਰਾਇੰਗਲ, ਇੱਕ ਲਾਈਨ ਸੀ ਜਿਹੜੀ ਡਰਨ ਕੀਤੀ ਗਈ ਹੈ BC ਦੇ ਪੈਰਲਲ ਹੈ, ਇਹਨੂੰ ਦੇ ਲਈ ਆਪਾਂ D ਅਤੇ E ਨਾਮ, D ਅਤੇ E ਆਫ ਅ ਟ੍ਰਾਇੰਗਲ ਟੂ ਇੰਟਰਸੈਕਟ ਅਦਰ ਟੂ ਸਾਈਡਸ ਇਨ ਡਿਸਟਿੰਕਟ ਪੁਆਇੰਟ। ਕਿਹੜੇ ਕਿਹੜੇ ਪੁਆਇੰਟ 'ਤੇ ਦੋ ਸਾਈਡਾਂ ਸੀ ਜਿਹੜੀਆਂ AB ਅਤੇ AC ਡਿਸਟਿੰਕਟ ਪੁਆਇੰਟ ਨੇ ਜੀ। ਇਹਦੇ D ਅਤੇ E, D ਐਂਡ E ਆਰ ਇਹਦੇ ਡਿਸਟਿੰਕਟ ਪੁਆਇੰਟਸ। ਅਦਰ ਟੂ ਸਾਈਡਸ ਆਰ ਡਿਵਾਈਡਡ ਇਨ ਦਾ ਸੇਮ ਰੇਸ਼ੋ। ਜਿਹੜੀਆਂ ਦੋ ਸਾਈਡਾਂ ਨੇ ਉਹ ਕੀ ਨੇ, ਸੇਮ ਰੇਸ਼ੋ 'ਚ ਡਿਵਾਈਡ ਹੁੰਦੀਆਂ ਨੇ। ਇਟ ਮੀਨਸ AD ਅਪੋਨ DB ਇਜ਼ ਇਕੁਅਲ ਟੂ AE ਅਪੋਨ EC। ਤਾਂ ਇਹ ਕੀ ਹੈ, ਦੋਵੇਂ ਸਾਈਡਾਂ ਨੂੰ ਜੀ ਸੇਮ ਰੇਸ਼ੋ ਦੇ ਵਿੱਚ ਡਿਵਾਈਡ ਕਰਦਾ ਜੀ। ਸੋ ਇਹ ਤਾਂ ਆਪਣੇ ਕੋਲ ਸਟੇਟਮੈਂਟ ਦੇ ਵਿੱਚ ਸੀ। ਹੁਣ ਆਪਾਂ ਥਿਊਰਮ ਸਟਾਰਟ ਕਰਨੇ ਆ। ਗਿਵਨ ਕੀ ਕੀ ਹੈ ਜੀ ਇਹਦੇ ਵਿੱਚ, ਸਭ ਤੋਂ ਪਹਿਲਾਂ ਦੇ ਸਟੈਪ ਨੇ ਆਪਾਂ ਥਿਊਰਮ ਨੂੰ ਜਮਾ ਸਿਮਿਲਰਲੀ ਸੇਮ ਸਟੈਪਾਂ ਦੇ ਵਿੱਚ ਹੀ ਰਾਈਟ ਕਰਨਾ ਅਤੇ ਉਸੇ ਤਰ੍ਹਾਂ ਇਹਨੂੰ ਲਰਨ ਕਰਨਾ ਜੀ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ ਜਾਂਦਾ ਜੀ, ਇਹਦੇ ਵਿੱਚ ਗਿਵਨ। ਗਿਵਨ ਕੀ ਕੀ ਹੈ ਜੀ ਆਪਣੇ ਕੋਲ। ਹੁਣ ਗਿਵਨ ਦੇ ਵਿੱਚ ਕੀ ਹੈ ਜੀ, ਟ੍ਰਾਇੰਗਲ ABC ਗਿਵਨ ਹੈ, ਟ੍ਰਾਇੰਗਲ ABC। ਇਹਨ ਵਿੱਚ ਟ੍ਰਾਇੰਗਲ ABC ਗਿਵਨ ਹੈ, ਇਹਨ ਵਿੱਚ ਕੀ ਹੈ ਜੀ DE, ਜੋ DE ਲਾਈਨ ਹੈ ਇਜ਼ ਪੈਰਲਲ ਟੂ BC। BC ਲਾਈਨ ਦੇ ਬਿਲਕੁਲ ਕੀ ਹੈ ਜੀ, ਪੈਰਲਲ ਹੈ। ਟ੍ਰਾਇੰਗਲ ABC ਗਿਵਨ ਹੈ, ਇਹਦੇ ਵਿੱਚ DE ਪੈਰਲਲ, DE ਜੋ ਲਾਈਨ ਹੈ ਇਹ ਪੈਰਲਲ ਹੈ BC ਦੇ ਬਿਲਕੁਲ ਕੀ ਹੈ ਜੀ, ਇਹ ਪੈਰਲਲ ਹੈ। ਨੈਕਸਟ ਸਟੈਪ ਹੈ ਜੀ ਆਪਣੇ ਕੋਲ ਟੂ ਪ੍ਰੂਵ। ਆਪਾਂ ਪ੍ਰੂਵ ਕੀ ਕਰਨਾ, ਟੂ ਪ੍ਰੂਵ ਕੀ ਕਰਨੀ ਆਪਾਂ, ਇਹਨਾਂ ਦੀ ਰੇਸ਼ੋ ਸੇਮ ਹੈ। ਇਟ ਮੀਨਸ AD ਅਪੋਨ DB, AD ਅਪੋਨ DB ਇਜ਼ ਇਕੁਅਲ ਟੂ AE ਅਪੋਨ EC, AE ਅਪੋਨ EC। ਇਹ ਦੋਵੇਂ ਬਿਲਕੁਲ ਕੀ ਹੋਣਗੇ ਜੀ, ਇਕੁਅਲ ਹੋਣਗੇ। ਇਹ ਆਪਾਂ ਪ੍ਰੂਵ ਕਰਨਾ। ਸੋ ਨੈਕਸਟ ਸਟੈਪ ਹੈ ਜੀ ਆਪਣੇ ਕੋਲ ਕੰਸਟਰਕਸ਼ਨ ਵਾਲਾ। ਇਹਦੇ ਵਿੱਚ ਆਪਾਂ ਕੰਸਟਰਕਸ਼ਨ ਵੀ ਕਰਨੀ ਹੈ। ਕੰਸਟਰਕਸ਼ਨ ਦੇ ਵਿੱਚ ਕੀ ਹੈ ਜੀ, ਕੰਸਟਰਕਸ਼ਨ ਹੈ। ਕੰਸਟਰਕਸ਼ਨ ਕੀ ਕਰਨੀ ਹੈ ਆਪਾਂ, ਜੁਆਇਨ BE ਐਂਡ CD, ਜੁਆਇਨ BE ਐਂਡ CD। ਇਹਨਾਂ ਨੂੰ ਕੀ ਕਰਦੀ ਜੀ, ਜੁਆਇਨ ਕਰਦੀ। ਪਹਿਲਾਂ ਆਪਾਂ BE ਅਤੇ CD ਨੂੰ ਜੁਆਇਨ ਕਰ ਲਓ, ਇਹਨਾਂ ਨੂੰ ਜੁਆਇਨ ਕਰਤਾ ਹੈ। ਸਿਮਿਲਰਲੀ ਕੀ ਆਪਾਂ C ਅਤੇ D ਨੂੰ ਜੁਆਇਨ ਕਰਨਾ ਹੈ। ਠੀਕ ਹੈ ਜੀ, ਇਹ ਜੁਆਇਨ ਕਰ ਲਿਆ। ਅਤੇ ਨੈਕਸਟ ਇਹਦੇ ਵਿੱਚ ਆਪਾਂ ਹੋਰ ਡਰਾ ਕਰਨਾ ਜੀ, ਡਰਾ ਪਰਪੈਂਡੀਕੂਲਰ ਡਰਾ ਕਰਨਾ EN ਪਰਪੈਂਡੀਕੂਲਰ ਕਿਹੜੀ ਸਾਈਡ 'ਤੇ ਜੀ, AB 'ਤੇ। ਐਂਡ ਇੱਕ ਤਾਂ ਇੱਧਰ ਸਾਈਡ ਆਪਾਂ ਡਰਾ ਕਰ ਦਾਂਗੇ, ਐਂਡ DM ਪਰਪੈਂਡੀਕੂਲਰ ਡਰਾ ਕਰਨਾ ਜੀ। ਇੱਕ ਆਪਾਂ DM ਪਰਪੈਂਡੀਕੂਲਰ ਕਿਤੇ ਕਰਨਾ ਜੀ, ਆਪਾਂ DM ਪਰਪੈਂਡੀਕੂਲਰ ਔਨ AC 'ਤੇ। ਕੋਈ DM ਪਰਪੈਂਡੀਕੂਲਰ ਡਰਾ ਕਰਦੀ ਆਪਾਂ ਇੱਥੇ, ਇਹ 90 ਡਿਗਰੀ ਦਾ ਜੀ DM। ਇਸ ਤਰ੍ਹਾਂ ਹੀ EN ਕਰਨਾ ਜੀ ਆਪਾਂ ਇੱਥੇ,
EN, ਇਹ ਵੀ 90 ਡਿਗਰੀ ਦਾ ਜੀ। ਠੀਕ ਹੈ, 2 ਪਰਪੈਂਡੀਕੂਲਰ ਡਰਾ ਕਰ ਲਏ ਤਾਂ ਆਪਣੇ ਕੋਲ ਕੰਸਟਰਕਸ਼ਨ ਵੀ ਹੋ ਗਈ। ਨੈਕਸਟ ਸਟੈਪ ਹੈ ਜੀ ਆਪਣੇ ਕੋਲ ਪ੍ਰੂਫ। ਪ੍ਰੂਫ ਦੇ ਵਿੱਚ ਕੀ ਕਰਨਾ ਹੈ ਆਪਾਂ? ਸੋ ਹੁਣ ਪ੍ਰੂਫ ਦੇ ਵਿੱਚ ਦੇਖੋ ਜੀ, ਆਪਾਂ ਕਿਸੇ ਵੀ ਟ੍ਰਾਇੰਗਲ ਦਾ ਏਰੀਆ ਆਫ ਐਨੀ ਟ੍ਰਾਇੰਗਲ ਕਿਹਦੇ ਇਕੁਅਲ ਹੁੰਦਾ ਜੀ? ਜੇ ਆਪਾਂ ਏਰੀਆ ਆਫ ਟ੍ਰਾਇੰਗਲ ਦੇਖਦੇ ਜੀ, ਏਰੀਆ ਆਫ ਟ੍ਰਾਇੰਗਲ ਇਜ਼ ਇਕੁਅਲ ਟੂ ਕਿਹਦੇ ਇਕੁਅਲ ਹੁੰਦਾ ਜੀ? 1/2 ਬੇਸ ਇਨਟੂ ਹਾਈਟ ਮੀਨਸ ਪਰਪੈਂਡੀਕੂਲਰ ਡਿਸਟੈਂਸ। ਠੀਕ ਹੈ ਜੀ, ਇਹਦੀ ਇਕੁਅਲ ਹੀ ਹੁੰਦਾ ਆਪਣੇ ਕੋਲ ਕਿ ਐਵੇਂ ਕਿਸੇ ਵੀ ਟ੍ਰਾਇੰਗਲ ਦਾ ਏਰੀਆ ਕੱਢ ਲਈ ਆਪਾਂ। ਤਾਂ ਹੁਣ ਆਪਾਂ ਇੱਥੇ ਏਰੀਆ ਕੱਢਦੇ ਹਾਂ। ਫਸਟ ਆਫ ਆਲ ਆਪਾਂ ਕੱਢਾਂਗੇ ਏਰੀਆ ਆਫ ADE ਦਾ। ਸੋ ਏਰੀਆ ਆਫ ਟ੍ਰਾਇੰਗਲ ADE ਕਿਹਦੇ ਇਕੁਅਲ ਹੋ ਜੀ? ਸੋ ਜੀ ਆਪਣੇ ਕੋਲ ਏਰੀਆ ਆਫ ADE ਕਰਨਾ ਆਪਾਂ। ਏਰੀਆ ਆਫ ADE ਕੀ ਹੋ ਜੂਗਾ ਜੀ ਆਪਣੇ ਕੋਲ? ਦੇਖੋ ਏਰੀਆ ਆਫ ADE ਉਹ ਕੀ ਹੋਗਾ? 1/2 ADE ਦਾ ਬੇਸ ਹੈ, ਬੇਸ ਇਜ਼ ਇਕੁਅਲ ਟੂ AD ਐਂਡ ਪਰਪੈਂਡੀਕੂਲਰ ਹਾਈਟ ਦੇਖੋ ਜੀ ਕੀ ਹੈ ਜੀ? EN ਪਰਪੈਂਡੀਕੂਲਰ ਹਾਈਟ ਹੈ ਇਹਦੇ ਵਿੱਚ। EN ਕੀ ਹੈ ਜੀ? ਪਰਪੈਂਡੀਕੂਲਰ ਹਾਈਟ ਹੈ, ਜਿਹਨੂੰ ਆਪਾਂ ਡਿਸਟੈਂਸ ਬੋਲ ਦਿੰਦੇ ਹਾਂ। ਠੀਕ ਹੈ ਜੀ, EN ਕੀ ਹੈ? ਪਰਪੈਂਡੀਕੂਲਰ, ਦੈਟ ਇਜ਼ ਇਕੁਅਲ ਟੂ ਇੰਟੂ EN। ਠੀਕ ਹੈ ਜੀ, ਅਤੇ ਨੈਕਸਟ ਜੀ ਏਰੀਆ ਆਫ ਕੱਢਣਾ ਆਪਾਂ ਦੂਜੀ ਟ੍ਰਾਇੰਗਲ ਹੈ ਜੀ ਆਪਣੇ ਕੋਲ। ਏਰੀਆ ਆਫ ਟ੍ਰਾਇੰਗਲ B ਜਾਂ DBE, ਇਹ ਟ੍ਰਾਇੰਗਲ ਦਾ DBE ਟ੍ਰਾਇੰਗਲ ਦਾ, ਸਿਰਫ DB ਸੇਮ ਸਾਈਡ ਵਾਲੀਆਂ ਕਿ ਲੈਫਟ ਹੈਂਡ ਸਾਈਡ ਵੀ DBE ਦਾ ਏਰੀਆ ਆਫ ਟ੍ਰਾਇੰਗਲ DBE 1/2 ਸੇਮ ਹੋ ਗਈ ਇੱਥੇ ਵੀ। ਠੀਕ ਹੈ ਜੀ, ਬੇਸ ਕੀ ਹੋ ਗਿਆ ਇਹਦਾ? DB ਇਨਟੂ ਇੱਥੇ ਪਰਪੈਂਡੀਕੂਲਰ ਹਾਈਟ ਦੇਖਣਾ, ਇੱਥੇ EN DB ਨਹੀਂ ਲਾਉਣੀ, ਸ਼ਾਰਟੈਸਟ ਡਿਸਟੈਂਸ ਨਹੀਂ ਹੈਗੀ। DE ਸ਼ਾਰਟੈਸਟ ਡਿਸਟੈਂਸ ਨਹੀਂ ਹੈਗੀ, ਸੋ ਨਹੀਂ ਲਾਉਣਾ ਆਪਾਂ ਇੱਥੇ। ਸੋ ਕੀ ਲਾਉਣੀ? EN ਸ਼ਾਰਟੈਸਟ ਡਿਸਟੈਂਸ ਇਹਨਾਂ ਵਿੱਚ ਕਰ EN, ਸੋ ਇੱਥੇ ਆਪਾਂ EN ਲਾਵਾਂਗੇ ਇੰਟੂ EN। ਠੀਕ ਹੈ ਜੀ, ਇਹ ਨੰਬਰ 1 ਦੇ ਲਓ, ਸਿਮਿਲਰਲੀ ਇਹਨੂੰ ਨੰਬਰ 2 ਦੇ ਲਓ ਜੀ। ਅਤੇ ਅਗੇਨ ਕੀ ਜੀ, ਆਪਾਂ ਟ੍ਰਾਇੰਗਲ ਏਰੀਆ ਫਿਰ ਦੁਬਾਰਾ ਫਾਈਂਡ ਕਰਨਾ। ਏਰੀਆ ਆਫ ਟ੍ਰਾਇੰਗਲ ADE ਦਾ, ਟ੍ਰਾਇੰਗਲ ਦਾ ED ਦਾ ਆਪਾਂ 2 ਤਰ੍ਹਾਂ ਲਿਖ ਸਕਦੇ ਹਾਂ। 1/2 ਜਿਹਦਾ ਆਪਾਂ ਬੇਸ ਕੀ ਚੀਜ਼ ਚੂਜ਼ ਕਰ ਲਈ ਜੀ? ਬੇਸ ਚੂਜ਼ ਕੀ ਕਰ ਲਈ ਆਪਾਂ? AE ਬੇਸ ਚੂਜ਼ ਕਰ ਲਈ। AE ਬੇਸ ਇਹਦਾ, ਕਿਉਂਕਿ ਬੇਸ 'ਤੇ ਪਰਪੈਂਡੀਕੂਲਰ ਚੇਂਜ ਹੁੰਦੇ ਨੇ, ਤਾਂ AE ਕੀ ਹੋ ਗਿਆ ਜੀ? ਇਹਦਾ ਬੇਸ ਹੋ ਗਿਆ। ਹੁਣ ਇਹਦੀ ਪਰਪੈਂਡੀਕੂਲਰ ਹਾਈਟ ਕੀ ਹੋ ਗਈ ਜੀ? D ਤੋਂ ਲੈ ਕੇ M ਤੱਕ, D ਤੋਂ ਲੈ ਕੇ M ਤੱਕ ਕੀ ਹੈ ਜੀ? ਦੈਟ ਇਜ਼ ਦਾ D ਤੋਂ ਲੈ ਕੇ M ਤੱਕ ਪਰਪੈਂਡੀਕੂਲਰ ਡਿਸਟੈਂਸ DM। ਠੀਕ ਹੈ ਜੀ, ਤਾਂ ਇਹ ਨੰਬਰ 3 ਦੇ ਦਿਓ, 3 ਦੇ ਲਓ। ਠੀਕ ਹੈ ਜੀ, ਅਗੇਨ ਏਰੀਆ ਆਫ ਟ੍ਰਾਇੰਗਲ ਇਧਰਲੀ ਰਾਈਟ ਹੈਂਡ ਵਾਲੀ ਟ੍ਰਾਇੰਗਲ ਦੇਖੋ, ਇੱਧਰ ਕੀ ਸੀ ਆਪਣੇ ਕੋਲ? ਠੀਕ ਹੈ, ਇਹ ਮੈਨੂੰ DEC ਦਾ ਏਰੀਆ ਆਫ ਟ੍ਰਾਇੰਗਲ DEC 1/2 ਐਜ ਇਟ। ਠੀਕ ਹੈ ਜੀ, ਬੇਸ ਕੀ ਹੈ ਜੀ ਇਹਦਾ? EC ਬੇਸ ਹੈ। ਪਰਪੈਂਡੀਕੂਲਰ ਹਾਈਟ ਇਹਦੀ ਵੀ ਕੀ ਹੈ ਜੀ? DM, ਇਹਨੂੰ ਨੰਬਰ 4 ਦੇ ਲਓ। ਠੀਕ ਹੈ ਜੀ, ਹੁਣ ਆਪਾਂ 2 ਪ੍ਰੂਵ ਕੀ ਕਰਨਾ ਸੀ? AD ਅਪੋਨ DB। ਸੋ 1 ਅਤੇ 2 ਨੂੰ ਡਿਵਾਈਡ ਕਰ ਦਿਓ ਜੀ, ਪਹਿਲਾਂ 1 ਅਤੇ 2 ਨੂੰ ਡਿਵਾਈਡ ਕਰ ਦਿਓ। ਠੀਕ ਹੈ, ਇਹਨਾਂ ਦੀ ਰੇਸ਼ੋ 'ਚ ਲਿਖਣਾ ਆਪਾਂ। ਸੋ ਆਪਾਂ ਰੇਸ਼ੋ 'ਚ ਲਿਖ ਲਓ ਇੱਧਰ, ਏਰੀਆ ਆਫ ਟ੍ਰਾਇੰਗਲ ADE ਅਪੋਨ ਏਰੀਆ ਆਫ ਟ੍ਰਾਇੰਗਲ DBE 1/2 ਸੀ AD ਇੰਟੂ EN ਸੀ 1/2 GB ਦਾ ਹੈਗੀ ਸੀ DB ਇੰਟੂ EN। ਠੀਕ ਹੈ ਜੀ, ਸੋ 1/2 ਤੋਂ 1/2 ਨਾਲ ਕੈਂਸਲ ਹੋ ਜਾਊਗਾ। ਠੀਕ ਹੈ ਜੀ, EN ਨਾਲ ਕੈਂਸਲ ਹੋ ਜੂ। ਆਪਣੇ ਕੋਲ ਕੀ ਇੱਥੇ ਰਿਮਾਈਂਡਰ ਕੀ ਰਹਿ ਗਿਆ ਜੀ?
AD upon DB। ठीक है जी, ये नंबर 5 भी ले सकते हो। AD upon DB अपने को ये रिमाइंडर बच रहा। तो नैक्सट सिमिलरली की है जी 3 ਤੇ 4 ਨੂੰ डिवाइड कर देना। एरिया ऑफ ट्रायंगल ADE एंड एरिया ऑफ ट्रायंगल DEC हो गया जी 1/2। इत्थे की आ गई उपर AE इंटू DM आ गई जी अपने को। ठीक है जी, अपॉन की आ जाऊगा इत्थे 1/2 इंटू EC इंटू DM। ये कट के की रह गई अपने को AE अपॉन EC। ये नंबर की दे लिए आप 6 दे दिए नंबर। ठीक है जी, तो हुण देखो E इक्वल आ गए। हुण एक लाइन आप लिखनी जी। हुण 2 ट्रायंगल एरिया बन रहे हैं अपने को। एरिया ऑफ ट्रायंगल की 2 बन रहे हैं अपने को। सो देखो जी, हुण अपने को एरिया ऑफ ट्रायंगल की है जी एक DBE ते DEC का एरिया सेम होगा। तो एरिया ऑफ ट्रायंगल DBE जो नीचे वाले ट्रायंगल ने अपने इज इक्वल टू एरिया ऑफ ट्रायंगल DEC। ये क्यों इक्वल होगी जी? क्योंकि सेम पैरल लाइन के विचकार बनी हुई ट्रायंगल ने। ठीक है जी, दे लाई ऑन सेम बेस। तो वो अपन कि बेस भी की है सेम बेस से लाई करदियां ने। आप इत्थे लिख सकते हैं लाई ऑन सेम बेस लिख दो भावें, लाई ऑन सेम बेस। सेम बेस ते की करते हैं लाई करदियां ने जी। ठीक है, सेम बेस की है अपन को BC ते 2 लाइनां दे पैरल ने विचकार ने। पैरल कि लाइन DE पैरल की है एंड इत्थे भी पा सकते हैं एंड जो DE है दैट इज इक्वल टू पैरल टू BC। जे BC पैरल भी हुण देखो ये डिनोमीनेटर वाले ट्रायंगल का एरिया भी इक्वल हो गया। AD तो सेम ही है दोनों पासे। जो दोनों पासे सेम ही है तो ये की है जी इन्हों की लैफ्ट हैंड साइड दोनों की होगी सेम होगी। जो लैफ्ट हैंड साइड सेम है जी तो इन्हों की राइट हैंड साइड भी की होगी सेम होगी। सो आप की लिख सकते फ्रॉम 5th 6th तो नंबर 7th दे दो जी। ठीक है जी, 7 तक। सो फ्रॉम 5, 6 and 7th we can see that AD over DB is equal to AE over EC। सो ही रिजल्ट ਆਪਾਂ ਪ੍ਰੂਵ ਕਰਨਾ ਸੀ। ਸੋ ਇਸ ਥਿਊਰਮ ਨੂੰ ਬਹੁਤ ਹੀ ਧਿਆਨ ਨਾਲ ਤੁਸੀਂ ਯਾਦ ਕਰਨਾ ਹੈ, ਲਰਨ ਕਰਨੀ ਹੈ। ਠੀਕ ਹੈ ਜੀ, ਤੇ ਕਿਸੇ ਵੀ ਸਟੂਡੈਂਟ ਕੋਈ ਡਾਊਟ ਹੈ ਤਾਂ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ। ਥੈਂਕਸ।